ਹੈਲੋ ਸਟੂਡੈਂਟਸ, ਵੈਲਕਮ ਟੂ ਸੁਖੇਜਾ ਟਿਊਸ਼ਨਸ। ਮੈਂ ਤੁਹਾਡਾ ਬਹੁਤ ਸਵਾਗਤ ਕਰਦੀ ਹਾਂ ਜੀ ਸੁਖੇਜਾ ਟਿਊਸ਼ਨਸ ਦੇ ਵਿੱਚ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਐਨਟੀਟੀ ਦੀ ਤਿਆਰੀ ਸਟਾਰਟ ਕੀਤੀ ਹੈ। ਆਪਾਂ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨਾਲ ਜੋ ਵੀ ਪੋਲਿਸੀਜ਼ ਰਿਲੇਟਿਡ ਹੈ ਜਾਂ ਜੋ ਉਹਨਾਂ ਦੀ ਹਿਸਟਰੀ ਹੈ, ਫਿਲੋਸਫੀ ਹੈ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੀ, ਉੱਥੋਂ ਆਪਾਂ ਨੇ ਸਟਾਰਟ ਕੀਤਾ ਸੀ ਜੀ ਕੱਲ ਦਾ ਲੈਕਚਰ। ਕੱਲ मैंने ਤੁਹਾਨੂੰ ਕਰਵਾਇਆ ਸੀ ਕੋਮਨੀਅਸ ਦਾ ਕੀ ਯੋਗਦਾਨ ਰਿਹਾ ਹੈ। ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਕੋਮਨੀਅਸ ਦਾ ਕੀ ਯੋਗਦਾਨ ਰਿਹਾ ਹੈ ਜੀ। ਅੱਜ ਆਪਾਂ ਕਰਾਂਗੇ ਰੋਬਰਟ ਓਵੇਨ ਦਾ ਕੀ ਯੋਗਦਾਨ ਰਿਹਾ ਹੈ। ਤਿੰਨ ਸਮਾਜਵਾਦੀਆਂ ਦੀ ਗੱਲ ਕੀਤੀ ਜਾਏਗੀ। ਇੱਕ ਆਪਾਂ ਕਰ ਚੁੱਕੇ ਹਾਂ ਕੋਮਨੀਅਸ, ਦੂਸਰਾ ਹੈਗਾ ਜੀ ਰੋਬਰਟ ਓਵੇਨ ਤੇ ਤੀਸਰਾ ਹੈਗਾ ਫਰੋਵਿਲ, ਜੋ ਕਿ ਆਪਾਂ ਕੱਲ ਪੜਾਂਗੇ। ਇਹ ਤਿੰਨ ਸਮਾਜਵਾਦੀਆਂ ਦੀ ਗੱਲ ਕੀਤੀ ਜਾਏਗੀ। ਅਗਰ ਤੁਹਾਡੇ ਸਿਲੇਬਸ ਦੇ ਵਿੱਚ ਪਿਆਜੇ ਵੀ ਮੈਨੂੰ ਲੱਗਿਆ ਕਿ ਤੁਹਾਨੂੰ ਕਰਵਾਉਣ ਦੀ ਜ਼ਰੂਰਤ ਹੈ ਤਾਂ ਮੈਂ ਉਹ ਵੀ ਕਰਵਾਉਂਗੀ, ਲੇਕਿਨ ਹਲੇ ਤੱਕ ਆਪਾਂ ਕੱਲ ਕੀਤੇ ਕੋਮਨੀਅਸ, ਅੱਜ ਆਪਾਂ ਕਰਾਂਗੇ ਓਵੇਨ ਤੇ ਕੱਲ੍ਹ ਨੂੰ ਆਪਾਂ ਕਰਾਂਗੇ ਫਰੋਵਿਲ। ਠੀਕ ਹੈ, ਜਿਹੜਾ ਕਿ ਵੈਸਟ ਦੇ ਇਹਦੇ ਵਿੱਚ ਵਿਦੇਸ਼ਾਂ ਦੇ ਵਿੱਚ ਕਿਵੇਂ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦਾ ਵਿਸਤਾਰ ਹੋਇਆ, ਠੀਕ ਹੈ, ਉਹ ਕਿਹੜੇ ਸਮਾਜਵਾਦੀਆਂ ਨੇ ਕੀਤਾ ਤੇ ਕਿਵੇਂ ਕੀਤਾ, ਕੀ ਉਹਨਾਂ ਦੀ ਥਿਊਰੀ ਰਹੀ, ਠੀਕ ਹੈ, ਕੀ ਸਿਧਾਂਤ ਰਿਹਾ। ਕੋਮਨੀਅਸ ਦਾ ਜਿਵੇਂ ਆਪਾਂ ਕੱਲ ਕੀਤਾ ਉਹਨਾਂ ਨੇ ਕੀ ਕਿਹਾ, ਠੀਕ ਹੈ, ਅੱਜ ਆਪਾਂ ਓਵੇਨ ਦਾ ਕਰਾਂਗੇ, ਕੱਲ੍ਹ ਨੂੰ ਆਪਾਂ ਫਰੋਵਿਲ ਦਾ ਕਰਾਂਗੇ। ਸਾਰੇ ਲੈਕਚਰ ਨੂੰ ਬਹੁਤ ਹੀ ਧਿਆਨ ਨਾਲ ਦੇਖਣਾ ਹੈ ਜੀ, ਬਹੁਤ ਹੀ ਧਿਆਨ ਨਾਲ ਸਮਝਣਾ ਹੈ। ਆਪਣੇ ਨੋਟਸ ਤੁਸੀਂ ਨਾਲ ਬਣਾਉਂਦੇ ਰਹਿਣਾ ਹੈ। ਸੁਖੇਜਾ ਟਿਊਸ਼ਨਸ ਤੇ ਐਨਟੀਟੀ ਦੀ ਕੰਪਲੀਟ ਪ੍ਰੈਪਰੇਸ਼ਨ ਤੁਹਾਨੂੰ ਕਰਵਾਈ ਜਾਏਗੀ, ਪੂਰੀ ਤਿਆਰੀ ਬਹੁਤ ਹੀ ਚੰਗੀ ਤਰ੍ਹਾਂ ਕਰਵਾਈ ਜਾਏਗੀ। ਆਉਣ ਵਾਲੇ ਸਮੇਂ ਦੇ ਵਿੱਚ ਨਾਲ ਹੀ ਤੁਹਾਨੂੰ ਟੈਸਟ ਸੀਰੀਜ਼ ਵੀ ਐਨਟੀਟੀ ਦੀਆਂ ਦਿੱਤੀਆਂ ਜਾਣਗੀਆਂ। ਬਹੁਤ ਬੱਚਿਆਂ ਨੇ ਕਮੈਂਟ ਕੀਤਾ ਹੈ ਪੋਸਟਾਂ ਕਦੋਂ ਆਉਣਗੀਆਂ, ਕਿਵੇਂ ਆਉਣਗੀਆਂ। ਬੱਚੇ ਪੋਸਟਾਂ ਕਦੇ ਵੀ ਆ ਸਕਦੀਆਂ ਨੇ। ਆਪਾਂ ਨੇ ਤਿਆਰੀ ਪਹਿਲਾਂ ਹੀ ਸਟਾਰਟ ਕਰ ਲਈ ਤਾਂ ਕਿ ਪੋਸਟਾਂ ਆਉਣ ਤੱਕ ਤੁਹਾਡੀ ਪ੍ਰੈਪਰੇਸ਼ਨ ਕੁਛ ਹੱਦ ਤੱਕ ਹੋ ਜਾਵੇ। ਠੀਕ ਹੈ, ਤਾਂ ਇਹ ਕੋਈ ਐਵੇਂ ਨਹੀਂ ਕਿ ਕਈ ਬੱਚੇ ਕਮੈਂਟ ਕਰਦੇ ਆ ਜੀ ਇਹ ਫੇਕ ਹੈ ਹਲੇ ਪੋਸਟ। ਅਸੀਂ ਬੱਚੇ ਇਹ ਨਹੀਂ ਕਿਹਾ ਕਿ ਪੋਸਟ ਆ ਗਈ ਹੈ, ਠੀਕ ਹੈ, ਆਪਾਂ ਸਿਰਫ ਤਿਆਰੀ ਸਟਾਰਟ ਕੀਤੀ ਹੈ, ਆਪਾਂ ਨੇ ਪ੍ਰੈਪਰੇਸ਼ਨ ਸਟਾਰਟ ਕੀਤੀ ਹੈ। ਪੋਸਟ ਕਦੇ ਵੀ ਆ ਸਕਦੀ ਹੈ। ਠੀਕ ਹੈ, ਅੱਜ ਦਾ ਲੈਕਚਰ ਆਪਾਂ ਸਟਾਰਟ ਕਰਦੇ ਹਾਂ ਜੀ ਰੋਬਰਟ ਓਵੇਨ। ਠੀਕ ਹੈ, ਇਹਨਾਂ ਦਾ ਜਨਮ ਕਦੋਂ ਹੋਇਆ? 1770। ਠੀਕ ਹੈ, ਮੌਤ ਕਦੋਂ ਹੋਈ? 1852। ਜਿਵੇਂ ਕਿ ਮੈਂ ਕੱਲ ਦੱਸਿਆ ਸੀ ਕੋਮਨੀਅਸ ਐਂਡ ਓਵੇਨ ਦਾ ਯੋਗਦਾਨ। ਠੀਕ ਹੈ, ਕੋਮਨੀਅਸ ਦੀ ਆਪਾਂ ਨੇ ਗੱਲ ਕਰ ਲਈ ਸੀ ਜੀ ਕੱਲ, ਅੱਜ ਆਪਾਂ ਓਵੇਨ ਦੀ ਗੱਲ ਕਰੀਏ। ਚਲੋ, ਬਚਪਨ ਦੀ ਸਿੱਖਿਆ ਵਿੱਚ ਰੋਬਰਟ ਓਵੇਨ ਦਾ ਕੀ ਯੋਗਦਾਨ ਹੈ। ਸਭ ਤੋਂ ਪਹਿਲਾਂ ਇਹਨਾਂ ਨੇ ਕੀ ਪੁੱਛਿਆ, ਬਚਪਨ ਦੀ ਸਿੱਖਿਆ ਵਿੱਚ ਕਿ ਬਚਪਨ ਦੀ ਸਿੱਖਿਆ ਜਿਹੜੀ ਕਿ ਪ੍ਰੀ ਪ੍ਰਾਇਮਰੀ ਸਿੱਖਿਆ ਉਹਦੇ ਵਿੱਚ ਰੋਬਰਟ ਓਵੇਨ ਦਾ ਕੀ ਯੋਗਦਾਨ ਹੈ। ਠੀਕ ਹੈ ਜੀ, ਓਵੇਨ ਨੇ ਬਾਲ ਮਜ਼ਦੂਰੀ ਨੂੰ ਦੂਰ ਕਰਨ ਵਿੱਚ ਅਗਵਾਈ ਕੀਤੀ। ਸਭ ਤੋਂ ਪਹਿਲਾਂ ਓਵੇਨ ਨੇ ਕੀ ਕੀਤਾ ਜੀ? ਬਾਲ ਮਜ਼ਦੂਰੀ ਨੂੰ ਦੂਰ ਕਰਨ ਵਿੱਚ ਅਗਵਾਈ ਕੀਤੀ ਅਤੇ ਸ਼ੁਰੂਆਤੀ ਸਕੂਲ ਅੰਦੋਲਨ ਦੀ ਅਗਵਾਈ ਕੀਤੀ। ਕਾਹਦੀ ਅਗਵਾਈ ਕੀਤੀ? ਇੱਕ ਤਾਂ ਬਾਲ ਮਜ਼ਦੂਰੀ ਦੀ, ਜੋ ਕਿ ਚਾਈਲਡ ਲੇਬਰ ਹੈ, ਜਿਹੜੇ ਛੋਟੇ ਛੋਟੇ ਬੱਚੇ ਦੁਕਾਨਾਂ 'ਤੇ ਕੰਮ ਕਰਨ ਲੱਗ ਜਾਂਦੇ ਹੈ, ਤੇ ਇੱਕ ਦੂਸਰੀ ਸ਼ੁਰੂਆਤੀ ਸਕੂਲ ਦੀ। ਠੀਕ ਹੈ, ਦੂਸਰੀ ਸ਼ੁਰੂਆਤੀ ਸਕੂਲ ਦੀ। ਤਾਂ ਕੁਐਸਚਨ ਇੱਥੇ ਇਹ ਵੀ ਬਣ ਸਕਦਾ ਹੈ ਕਿ ਕਿਸ ਸਮਾਜਵਾਦੀ ਨੇ ਬਾਲ ਮਨਜ਼ੂਰੀ ਤੇ ਸ਼ੁਰੂਆਤੀ ਸਕੂਲ ਦੀ ਅਗਵਾਈ ਕੀਤੀ ਸੀ? ਤਾਂ ਆਨਸਰ ਕੀ ਆ ਜਾਊਗਾ ਆਪਣਾ? ਰੋਬਰਟ ਓਵੇਨ। ਠੀਕ ਹੈ ਜੀ, ਉਸਨੇ ਸਮਾਜ ਵਿੱਚ ਗਰੀਬਾਂ ਦੀਆਂ ਹਾਲਤਾਂ ਨੂੰ ਸੁਧਾਰਨ ਲਈ ਕੰਮ ਕੀਤਾ। ਕੀ ਕੰਮ ਕੀਤਾ ਜੀ? ਉਹਨਾਂ ਨੇ ਗਰੀਬਾਂ ਦੀਆਂ ਹਾਲਤਾਂ ਨੂੰ ਸੁਧਾਰਨ ਲਈ ਕੰਮ ਕੀਤਾ ਅਤੇ ਬਰਾਬਰੀ ਅਤੇ ਸਮਾਜਿਕ ਨਿਆਂ ਬਾਰੇ ਆਪਣੇ ਵਿਚਾਰਾਂ ਨੂੰ ਵਿਆਪਕ ਰੂਪ ਵਿੱਚ ਸਾਂਝਾ ਕੀਤਾ। ਉਹਨਾਂ ਨੇ ਬਰਾਬਰੀ ਮਤਲਬ ਇਕੁਐਲਿਟੀ, ਠੀਕ ਹੈ, ਤੇ ਸਮਾਜਿਕ ਸੋਸ਼ਲ, ਠੀਕ ਹੈ, ਕਿ ਹਰ ਬੰਦੇ ਨੂੰ ਬਰਾਬਰ ਦਾ ਹੱਕ ਮਿਲੇ, ਠੀਕ ਹੈ, ਸੋਸ਼ਲ ਜਸਟਿਸ ਮਿਲੇ। ਉਹਨਾਂ ਦੇ ਜੋ ਵਿਚਾਰ ਸੀ ਉਹਨਾਂ ਨੂੰ ਵਿਆਪਕ ਰੂਪ ਵਿੱਚ, ਖੁੱਲ੍ਹੇ ਰੂਪ ਦੇ ਵਿੱਚ ਸਾਂਝਾ ਕੀਤਾ। ਠੀਕ ਹੈ ਜੀ, ਇੱਥੇ ਤੱਕ ਗੱਲ ਸਮਝ ਆ ਗਈ ਤੁਹਾਨੂੰ? ਪਹਿਲਾਂ ਓਵੇਨ ਨੇ ਕੀ ਕੀਤਾ? ਬਾਲ ਮਜ਼ਦੂਰੀ ਨੂੰ ਦੂਰ ਕਰਨ ਲਈ ਅਤੇ ਸ਼ੁਰੂਆਤੀ ਸਕੂਲ ਅੰਦੋਲਨ ਦੀ ਅਗਵਾਈ ਕੀਤੀ। ਉਸਨੇ ਸਮਾਜ ਵਿੱਚ ਗਰੀਬਾਂ ਦੀਆਂ ਹਾਲਤਾਂ ਨੂੰ ਸੁਧਾਰਨ ਲਈ ਕੰਮ ਕੀਤਾ ਅਤੇ ਬਰਾਬਰੀ ਅਤੇ ਸਮਾਜਿਕ ਨਿਆਂ ਬਾਰੇ ਆਪਣੇ ਵਿਚਾਰਾਂ ਨੂੰ ਵਿਆਪਕ ਰੂਪ ਵਿੱਚ ਸਾਂਝਾ ਕੀਤਾ। ਕਲੀਅਰ ਹੈ? ਨੈਕਸਟ ਆ ਜਾਓ ਜੀ। ਫਰੋਵਿਲ ਨੇ 20ਵੀਂ ਸਦੀ ਦੇ ਸ਼ੁਰੂਆਤੀ ਹਿੱਸੇ ਵਿੱਚ ਛੋਟੇ ਬੱਚਿਆਂ ਲਈ ਸਿੱਖਿਆ ਦਾ ਕਿੰਡਰਗਾਰਟਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ।
मैं तुहानूं जिवें कि दस्सिआ है कि आपां ने कल कोमनियस किया, अज ओवेन किया, तो ये एक चीज़ फ्रोवेल भी है जो आप कल पढ़ांगे। पर इन्हां लई एक लाइन याद रखियो कि इन्हां ने 20वीं सदी विच शुरुआती हिस्से विच छोटे बच्चों लई जिहड़ी कि सिक्ख्या किंडरगार्टन दी हुंदी है उहदी शुरुआत कीती सी। क्लीयर है जी, समझ आ गया। ओवेन ने सब तो पहला की किया, बाल मजदूरी नूं दूर करन विच अगवाई कीती ते शुरुआती स्कूल अंदोलन की अगवाई की। फिर उन्होंने समाज विच गरीबां दीआं हालतां नूं सुधारन लई काम कीता अते बराबरी अते समाजिक न्याय बारे अपने विचारां नूं व्यापक रूप विच सांझा कीता। समझ आ गई जी इन्नी गल, ठीक है। अगे आ जाओ जी। रोबर्ट ओवेन दा सिद्धांत की है, उन्हां दी थ्योरी की सी, ठीक है। उन्हां दा सिद्धांत या उन्हां दी थ्योरी की सी, ओह मानदा सी कि लोग अपने कम्मां या नतीजिਆਂ ਲਈ ਜ਼ਿੰਮੇਵਾਰ नहीं ਹਨ। ਇਸ ਲਈ ਹੈ क्योंकि ਉਹ ਵਿਸ਼ਵਾਸ ਕਰਦਾ ਸੀ ਕਿ ਮਨੁੱਖੀ ਚਰਿੱਤਰ ਵਿਅਕਤੀ ਦੇ ਨਿਯੰਤਰਣ ਤੋਂ ਬਾਹਰ ਦੀਆਂ ਸਥਿਤੀਆਂ ਦੁਆਰਾ ਬਣਦਾ ਹੈ। ਉਹ ਮੁੱਖ ਤੌਰ ਉੱਤੇ ਵਿਸ਼ਵਾਸ ਕਰਦਾ ਸੀ ਕਿ ਉਹ ਚਰਿੱਤਰ ਗੁਣ ਸ਼ੁਰੂਆਤੀ ਬਚਪਨ ਵਿੱਚ ਬਣਾਏ ਗਏ ਹਨ, ਠੀਕ ਹੈ। ਉਹਨਾਂ ਦਾ ਕੀ ਥਿਊਰੀ ਸੀ, ਉਹ ਇਹ ਮੰਨਦੇ ਹੁੰਦੇ ਸੀ ਕਿ ਲੋਕ ਜਿਹੜੇ ਆਪਣੇ ਕੰਮ या नतीजिਆਂ ਲਈ ਜ਼ਿੰਮੇਵਾਰ नहीं सी, ठीक है। मतलब जो बच्चे ਨੂੰ इन्वायरमेंट मिलूगा, जो बच्चे ਨੂੰ माहौल मिलेगा, ठीक है, इन्वायरमेंट मिलेगा, उसी तरीके का बच्चे का चरित्र बनूगा, उसी तरीके का बच्चे का सुभाव बनूगा, ठीक है। इन्होंने की कहा, वो मानता सी कि लोग अपने कम्मां या नतीजिਆਂ ਲਈ ਜ਼ਿੰਮੇਵਾਰ नहीं सन, कि वो अपने ਕੰਮ जो काम कर रहे हैं या जो उन्हों का नतीजा मिल रहा ਉਹਦੇ ਬਾਰੇ ਜ਼ਿੰਮੇਵਾਰ नहीं सी। ਇਹ ਇਸ ਲਈ ਹੈ ਕਿਉਂਕਿ ਉਹ ਵਿਸ਼ਵਾਸ ਕਰਦੇ ਸੀ ਕਿਉਂਕਿ ਮਨੁੱਖੀ ਚਰਿੱਤਰ ਵਿਅਕਤੀ ਦੇ ਨਿਯੰਤਰਣ ਤੋਂ ਬਾਹਰ ਦੀਆਂ ਸਥਿਤੀਆਂ ਦੁਆਰਾ ਬਣਦਾ ਹੈ। ਜਿਹੜਾ ਮਨੁੱਖ ਦਾ ਚਰਿੱਤਰ ਬਣਦਾ ਹੈ, ਠੀਕ ਹੈ, ਜੋ ਮਨੁੱਖ ਦਾ ਚਰਿੱਤਰ ਬਣਦਾ ਉਹ ਕਿਵੇਂ ਬਣਦਾ ਹੈ, ਵਿਅਕਤੀ ਦੇ ਨਿਯੰਤਰਣ ਤੋਂ ਬਾਹਰ ਦੀਆਂ ਸਥਿਤੀਆਂ, ਉਹ ਕਿਸ ਸਥਿਤੀ ਦੇ ਵਿੱਚ ਹੈ, ਗਰੀਬੀ ਦੇ ਵਿੱਚ ਹੈ, ਅਮੀਰੀ ਦੇ ਵਿੱਚ ਹੈ, ਕਿਸ ਸਥਿਤੀ ਦੇ ਵਿੱਚ ਹੈ, ਉਸ ਤਰੀਕੇ ਦਾ ਬੱਚੇ ਦਾ ਚਰਿੱਤਰ ਬਣ ਜਾਂਦਾ ਹੈ। ਉਹ ਮੁੱਖ ਤੌਰ ਉੱਤੇ ਕੀ ਵਿਸ਼ਵਾਸ ਕਰਦੇ ਸੀ कि यह चरित्र गुण शुरुआती बचपन विच बनाए गए सन, ठीक है। देखो स्टूडेंट्स, हुण कोई बच्चा है, छोटा बच्चा है, उहदे घर का माहौल बहुत ही वधिया है, बहुत खुश मिजाज वाला है, तो बच्चा भी उहो जिहा ही बनेगा, ठीक है। एक दूसरा बच्चा जिहदे घर दे विच सारा दिन लड़ाई झगड़ा है, वो बच्चा लड़ाई झगड़ा देख के उस तरीके का ही बनेगा। तो इन्हां ने भी उही चीज़ इस दे विच कही है कि कोई भी इंसान अपने काम या नतीजिਆਂ ਲਈ ਜ਼ਿੰਮੇਵਾਰ नहीं ਹੁੰਦਾ। ਜਿਹੜਾ कि अपना ਚਰਿੱਤਰ ਬਣਦਾ ਹੈ ਉਹ ਆਪਣੀਆਂ ਸਥਿਤੀਆਂ ਦੁਆਰਾ ਬਣਦਾ ਹੈ, ਠੀਕ ਹੈ। ਕਿਸ ਸਥਿਤੀ ਦੇ ਵਿੱਚ ਆਪਾਂ ਰਹਿੰਦੇ ਹਾਂ, ਕੁਛ ਲੋਕ ਬੁਰੀ ਸਥਿਤੀ ਦੇ ਵਿੱਚ ਰਹਿ ਕੇ ਵੀ ਚੰਗੇ ਬਣ ਜਾਂਦੇ ਨੇ, ਠੀਕ ਹੈ। ਕਈ ਲੋਕ ਚੰਗੀ ਸਥਿਤੀ ਦੇ ਵਿੱਚ ਰਹਿ ਕੇ ਵੀ ਬੁਰੇ ਬਣ ਜਾਂਦੇ ਹੈ। ਇਹ ਡਿਪੈਂਡ ਕਰਦਾ ਹੈ, ਠੀਕ ਹੈ। ਤਾਂ ਉਹਨਾਂ ਦਾ ਆਹੀ ਥਿਊਰੀ ਸੀਗੀ ਕਿ ਜਿਹੜੇ ਸ਼ੁਰੂਆਤੀ ਦੇ ਸਾਲ ਹੁੰਦੇ ਆ, ਸ਼ੁਰੂਆਤੀ ਬਚਪਨ ਹੁੰਦਾ ਹੈ, ਉਸ मतलब उस टाइम तो ही बच्चे का चरित्र बनना शुरू हो जाता है। आपने देखिए बचपन दियां जो आदतां हुंदियां वो सारी उम्र अपने नाल ही रहिंदियां ने, ठीक है जी, समझ आ गया। अगे चलिए, नैक्सट देखो, रोबर्ट ओवेन दी सब तो वड्डी प्राप्ति की सी। हुण इन्हां ने कहा कि ओवेन दी सब तो वड्डी प्राप्ति की सी। देखो, उसकी सब तो वड्डी सफलता नौजवानों की सिक्ख्या विच सी, ठीक है। सब तो वड्डी सफलता किस दे विच सी, नौजवानों की सिक्ख्या विच सी, जिस वाल उसने विशेष ध्यान दिता। जिस वाल उसने की किया जी, विशेष ध्यान दिता। 1816 विच उसने न्यूलैंड मिल विच ग्रेट ब्रिटेन विच पहला बाल स्कूल खोलिया, ठीक है। ये भी पूछ सकते हैं कि किस समाजवादी ने मिल दे विच ग्रेट ब्रिटेन दे विच पहला बाल स्कूल खोलिया, ठीक है। तो किन्ना ने खोलिया जी, रोबर्ट ओवेन ने। इस नूं अपनी नज़दीकी निजी निगरानी दी, ठीक है। तो उन्होंने अपने अंडर इस नूं मतलब अपना पूरा ध्यान दे के इसका ध्यान रखा, ठीक है। अपना पूरा अपने अंडर करके नज़दीकी निजी निगरानी दी। समझ आ गया जी। उसकी सब तो वड्डी सफलता की सी, नौजवानों की सिक्ख्या विच सी, ठीक है। जिस वाल उसने विशेष ध्यान दिता, जिहदे वाल उन्होंने बहुत ही ज़्यादा ध्यान दिता। उस तो बाद 1816 विच उन्होंने न्यूलैंड मिल विच जो कि ग्रेट ब्रिटेन दे विच सी पहला बाल स्कूल भी खोलिया।
ਅਤੇ ਇਸ ਨੂੰ ਆਪਣੀ ਨਜ਼ਦੀਕੀ ਨਿੱਜੀ ਨਿਗਰਾਨੀ ਦਿੱਤੀ। ਕਲੀਅਰ ਹੈ? ਸਮਝ ਆ ਗਿਆ? ਕਲੀਅਰ ਹੈ ਸਟੂਡੈਂਟਸ ਇਹ ਗੱਲ? ਚੱਲੀਏ ਅੱਗੇ। ਥੋੜਾ ਹੋਰ ਮੈਂ ਡਿਟੇਲ ਦੇ ਵਿੱਚ ਅੱਗੇ ਤੁਹਾਨੂੰ ਓਵੇਨ ਬਾਰੇ ਦੱਸ ਰਹੀ ਹਾਂ। ਠੀਕ ਹੈ, ਹੁਣ ਇਹਨਾਂ ਦੀਆਂ ਪਹਿਲ ਕਦਮੀਆਂ ਕੀ ਸੀ? ਠੀਕ ਹੈ, ਰੌਬਰਟ ਓਵੇਨ ਦੀਆਂ ਪਹਿਲ ਕਦਮੀਆਂ ਕੀ ਸਨ? ਓਵੇਨ ਫੈਕਟਰੀ ਅੰਦੋਲਨ, ਸਭ ਤੋਂ ਪਹਿਲਾਂ ਕੀ ਸੀ? ਫੈਕਟਰੀ ਅੰਦੋਲਨ, ਕੰਮ ਦੀਆਂ ਸਥਿਤੀਆਂ ਵਿੱਚ ਸੁਧਾਰ ਲਈ। ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ ਜੀ? ਫੈਕਟਰੀ ਅੰਦੋਲਨ, ਕੰਮ ਦੀਆਂ ਸਥਿਤੀਆਂ ਦੇ ਵਿੱਚ ਸੁਧਾਰ ਲਈ ਫੈਕਟਰੀ ਅੰਦੋਲਨ ਕੀਤਾ। ਜਿਹੜੇ ਕਿ ਮਾੜੇ ਕਾਨੂੰਨ ਸੀ, ਮਾੜੇ ਕਾਨੂੰਨ ਸੁਧਾਰ। ਠੀਕ ਹੈ, ਫਿਰ ਉਹਨਾਂ ਨੇ ਕੀ ਕੀਤਾ? ਮਾੜੇ ਕਾਨੂੰਨ ਦੀ ਸੁਧਾਰ ਲਈ ਕੰਮ ਕੀਤਾ। ਫਿਰ ਜਨਤਕ ਸਿੱਖਿਆ ਲਈ ਕੰਮ ਕੀਤਾ। ਫਿਰ ਨੈਪੋਲੀਅਨ ਯੁੱਧ ਤੋਂ ਬਾਅਦ ਦੇ ਬ੍ਰਿਟੇਨ ਵਿੱਚ ਆਰਥਿਕ ਪੁਨਰ ਸਥਾਪਨਾ। ਠੀਕ ਹੈ, ਇੱਕ ਵਾਰ ਮੈਂ ਰੀਡ ਕਰ ਰਹੀ ਹਾਂ, ਫਿਰ ਤੁਹਾਨੂੰ ਇੱਕ ਇੱਕ ਲਾਈਨ ਕਰਕੇ ਸਮਝਾਉਂਦੀ ਹਾਂ। ਆਇਰਲੈਂਡ ਵਿੱਚ ਸੰਕਟ ਤੋਂ ਰਾਹਤ, ਜਿਸ ਨੂੰ ਉਹ ਬਰਾਬਰਤਾ ਦੇ ਭਾਈਚਾਰੇ ਕਹਿੰਦੇ ਹਨ, ਦੀ ਸਿਰਜਣਾ ਨਾਲ ਨੇੜਿਓਂ ਜੁੜਿਆ ਹੋਇਆ ਸੀ। ਬ੍ਰਿਟੇਨ ਅਤੇ ਅਮਰੀਕਾ ਅਤੇ 1830 ਤੋਂ ਬਾਅਦ ਵਪਾਰ, ਯੂਨਾਨੀਵਾਦ ਅਤੇ ਸਹਿਯੋਗ। ਉਸ ਨੇ ਧਾਰਮਿਕ ਸਹਿਣਸ਼ੀਲਤਾ ਦਾ ਸਮਰਥਨ ਕੀਤਾ। ਉਸਨੇ ਜਿਸਮੀ ਸਮਾਨਤਾ, ਵਿਆਹ ਅਤੇ ਤਲਾਕ, ਕਾਨੂੰਨ ਸੁਧਾਰ ਦੀ ਵਕਾਲਤ ਕੀਤੀ ਅਤੇ ਆਬਾਦੀ ਨੂੰ ਨਿਯੰਤਰਿਤ ਕਰਨ ਦੇ ਸਾਧਨ ਵਜੋਂ ਜਨਮ ਨਿਯੰਤਰਣ ਦਾ ਸੰਕੇਤ ਕੀਤਾ। ਇਸ ਤਰ੍ਹਾਂ ਉਸ ਨੇ ਇੱਕ ਸਮਾਜਿਕ ਅਤੇ ਵਿਦਿਅਕ ਸੁਧਾਰਕ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ, ਇੱਥੋਂ ਤੱਕ ਕਿ ਬਦਨਾਮੀ ਵੀ ਪ੍ਰਾਪਤ ਕੀਤੀ। ਜਿਹੜਾ ਬੰਦਾ ਚੰਗਾ ਹੁੰਦਾ ਹੈ, ਜਿਹਦੀ ਪ੍ਰਸਿੱਧੀ ਹੁੰਦੀ ਹੈ, ਉਸ ਦੀ ਬਦਨਾਮੀ ਤਾਂ ਨਾਲ ਹੁੰਦੀ ਹੀ ਹੁੰਦੀ ਹੈ। ਅਤੇ ਉਸ ਦੀ ਮੌਤ ਦੇ ਲੰਬੇ ਸਮੇਂ ਬਾਅਦ ਵੀ ਦੂਜਿਆਂ ਨੂੰ ਪ੍ਰੇਰਿਤ ਕਰਨਾ ਜਾਰੀ ਰੱਖਿਆ। ਖਾਸ ਤੌਰ 'ਤੇ ਉਸ ਦੇ ਸਭ ਤੋਂ ਮਹੱਤਵਪੂਰਨ ਅਤੇ ਮਸ਼ਹੂਰ ਕੰਮ ਸਮਾਜ ਦੇ ਨਵੇਂ ਦ੍ਰਿਸ਼ਟੀਕੋਣ ਵਿੱਚ ਲੇਖਾਂ ਦੁਆਰਾ ਪੇਸ਼ ਕੀਤੇ ਗਏ। ਕਿਹੜਾ ਲੇਖ? ਏ ਨਿਊ ਵਿਊ ਆਫ ਸੁਸਾਇਟੀ। ਏ ਨਿਊ ਵਿਊ ਆਫ ਸੁਸਾਇਟੀ। ਸਮਝ ਆ ਰਹੀ ਹੈ? ਸਮਝ ਆ ਰਹੀ ਹੈ ਸਟੂਡੈਂਟਸ? ਕਰੀਏ ਜੀ ਹੁਣ ਆਪਾਂ। ਦੇਖੋ ਇਹਨਾਂ ਦੀਆਂ ਪਹਿਲ ਕਦਮੀਆਂ ਕੀ ਸੀਗੀਆਂ। ਓਵੇਨ ਫੈਕਟਰੀ ਅੰਦੋਲਨ, ਸਭ ਤੋਂ ਪਹਿਲਾਂ ਉਹਨਾਂ ਨੇ ਫੈਕਟਰੀ 'ਚ ਅੰਦੋਲਨ ਕੀਤਾ ਕਿ ਕੰਮ ਦੀਆਂ ਸਥਿਤੀਆਂ ਵਿੱਚ ਸੁਧਾਰ ਲਿਆਇਆ ਜਾਵੇ। ਠੀਕ ਹੈ, ਕੰਮ ਦੀਆਂ ਸਥਿਤੀਆਂ ਵਿੱਚ ਕੀ ਕੀਤਾ ਜਾਵੇ? ਸੁਧਾਰ ਲਿਆਇਆ ਜਾਵੇ। ਉਹ ਤੋਂ ਬਾਅਦ ਜਿਹੜੇ ਮਾੜੇ ਕਾਨੂੰਨ ਬਣੇ ਹੋਏ ਸੀ, ਮਾੜੇ ਕਾਨੂੰਨ ਸੁਧਾਰ ਲਈ, ਠੀਕ ਹੈ, ਉਹਨਾਂ ਨੂੰ ਇਹਨਾਂ ਨੇ ਸਹੀ ਕਰਨ ਦਾ ਉਹ ਕੀਤਾ। ਫਿਰ ਜਨਤਕ ਸਿੱਖਿਆ ਦੇ ਖੇਤਰ ਦੇ ਵਿੱਚ ਇਹਨਾਂ ਨੇ ਕੀਤਾ। ਫਿਰ ਜੋ ਨੈਪੋਲੀਅਨ ਯੁੱਧ ਤੋਂ ਬਾਅਦ ਦੇ ਬ੍ਰਿਟੇਨ ਵਿੱਚ ਆਰਥਿਕ ਪੁਨਰ ਸਥਾਪਨਾ ਕੀਤੀ। ਜੋ ਨੈਪੋਲੀਅਨ ਦਾ ਯੁੱਧ ਹੋਇਆ ਸੀ, ਉਸ ਤੋਂ ਬਾਅਦ ਜਿਹੜੀ ਬ੍ਰਿਟੇਨ ਦੇ ਵਿੱਚ ਆਰਥਿਕ ਤੰਗੀ ਹੋ ਗਈ ਸੀ, ਉਹਦੇ ਵਿੱਚ ਪੁਨਰ ਸਥਾਪਨਾ ਕਰਨ ਦੇ ਵਿੱਚ ਇਹਨਾਂ ਦਾ ਸਹਿਯੋਗ ਰਿਹਾ। ਫਿਰ ਆਇਰਲੈਂਡ ਵਿੱਚ ਸੰਕਟ ਤੋਂ ਰਾਹਤ, ਜਿਸ ਨੂੰ ਉਹ ਬਰਾਬਰਤਾ ਦੇ ਭਾਈਚਾਰੇ ਕਹਿੰਦੇ ਹਨ, ਦੀ ਸਿਰਜਣਾ ਨਾਲ ਨੇੜਿਓਂ ਜੁੜਿਆ ਹੋਇਆ ਸੀ। ਮਤਲਬ ਜੋ ਕਿ ਉਹ ਆਪਾਂ ਕਹਿੰਦੇ ਹਾਂ ਨਾ ਕਿ ਹਾਂ ਇਕੁਅਲ, ਐਵਰੀਵਨ ਇਜ਼ ਇਕੁਅਲ, ਉਸ ਦੀ ਗੱਲ ਕਰ ਰਹੇ ਹਾਂ ਕਿ ਇਹ ਭਾਈਚਾਰੇ ਨਾਲ ਬਹੁਤ ਹੀ ਨੇੜਿਓਂ ਜੁੜਿਆ ਹੋਇਆ ਸੀ। ਉਹਦੀ ਨਿਗਾਹ ਦੇ ਵਿੱਚ ਹਰ ਇੱਕ ਬੰਦਾ ਇੱਕ ਬਰਾਬਰ ਸੀ। ਬ੍ਰਿਟੇਨ ਅਤੇ ਅਮਰੀਕਾ ਦੇ ਵਿੱਚ ਜੋ ਵੀ ਹੋਇਆ ਸੀ, ਠੀਕ ਹੈ, ਉਹਦੀ ਗੱਲ ਇੱਥੇ ਹੋਈ ਹੈ। ਉਸ ਤੋਂ ਬਾਅਦ 1830 ਤੋਂ ਬਾਅਦ ਵਪਾਰ, ਠੀਕ ਹੈ, ਯੂਨਾਨੀਵਾਦ ਅਤੇ ਸਹਿਯੋਗ 'ਤੇ ਕੰਮ ਕੀਤਾ ਇਹਨਾਂ ਨੇ। ਉਸਨੇ ਧਾਰਮਿਕ ਸਹਿਣਸ਼ੀਲਤਾ ਦਾ ਸਮਰਥਨ ਕੀਤਾ। ਫਿਰ ਧਾਰਮਿਕ ਸਹਿਣਸ਼ੀਲਤਾ ਦਾ ਵੀ ਉਹਨਾਂ ਨੇ ਸਮਰਥਨ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਜਿਸਮੀ ਸਮਾਨਤਾ, ਮਤਲਬ ਕੁੜੀ ਮੁੰਡੇ ਦੇ ਵਿੱਚ, ਠੀਕ ਹੈ, ਸੈਕਸ ਇਕੁਐਲਿਟੀ ਜਿਹਨੂੰ ਬੋਲਿਆ ਜਾਂਦਾ ਹੈ, ਉਹ 'ਤੇ ਕੰਮ ਕੀਤਾ। ਵਿਆਹ ਅਤੇ ਤਲਾਕ ਕਾਨੂੰਨ ਸੁਧਾਰ ਦੀ ਵਕਾਲਤ ਕੀਤੀ। ਵਿਆਹ ਅਤੇ ਤਲਾਕ ਦੇ ਜੋ ਕਾਨੂੰਨ ਬਣੇ ਹੋਏ ਸੀ, ਉਹਨਾਂ ਦੇ ਸੁਧਾਰ ਦੀ ਵਕਾਲਤ ਕੀਤੀ। ਅਤੇ ਆਬਾਦੀ ਨੂੰ, ਪੋਪੂਲੇਸ਼ਨ ਨੂੰ ਕੰਟਰੋਲ ਕਰਨ ਲਈ ਉਹਨਾਂ ਨੇ ਸੰਕੇਤ ਦਿੱਤਾ, ਠੀਕ ਹੈ, ਕਿ ਪੋਪੂਲੇਸ਼ਨ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ, ਬਰਥ ਰੇਟ 'ਤੇ ਕਿਵੇਂ ਮਤਲਬ ਬਰਥ ਨੂੰ ਕਿਵੇਂ ਉਹ ਕੀਤਾ ਜਾਵੇ, ਨਿਯੰਤਰਣ ਦਾ ਸੰਕੇਤ ਦਿੱਤਾ। ਠੀਕ ਹੈ, ਪੋਪੂਲੇਸ਼ਨ ਕੰਟਰੋਲ ਦੀ ਗੱਲ ਹੋ ਰਹੀ ਹੈ ਇੱਥੇ। ਇਸ ਤਰ੍ਹਾਂ ਉਸਨੇ ਇੱਕ ਸਮਾਜਿਕ ਅਤੇ ਵਿਦਿਅਕ ਸੁਧਾਰਕ ਵਜੋਂ ਪ੍ਰਸਿੱਧੀ, ਇੱਥੋਂ ਤੱਕ ਕਿ ਬਦਨਾਮੀ ਵੀ ਪ੍ਰਾਪਤ ਕੀਤੀ। ਇਸ ਤਰੀਕੇ ਨਾਲ ਉਹਨਾਂ ਦਾ ਸਮਾਜਿਕ ਤੇ ਵਿਦਿਅਕ ਸੁਧਾਰਕ ਵਜੋਂ ਪ੍ਰਸਿੱਧੀ ਵੀ ਹੋਈ ਤੇ ਬਦਨਾਮੀ ਵੀ ਹੋਈ। ਅਤੇ ਉਸ ਦੀ ਮੌਤ ਦੇ ਲੰਬੇ ਸਮੇਂ ਬਾਅਦ ਵੀ ਦੂਜਿਆਂ ਨੂੰ ਪ੍ਰੇਰਿਤ ਕਰਨਾ ਜਾਰੀ ਰੱਖਿਆ। ਕਿਵੇਂ ਜਾਰੀ ਰੱਖਿਆ? ਜੋ ਵੀ ਉਹਨਾਂ ਦੇ ਡਿਸਾਈਪਲਸ ਹੋਣਗੇ, ਠੀਕ ਹੈ, ਜਾਂ ਉਹਨਾਂ ਦੀਆਂ ਕੋਈ ਰਾਈਟਿੰਗਸ ਹੋਣਗੀਆਂ, ਕੋਈ ਬੁੱਕਸ ਹੋਣਗੀਆਂ, ਕੋਈ ਥਿਊਰੀਜ਼ ਹੋਣਗੀਆਂ, ਉਹਨਾਂ ਨਾਲ ਲੋਕ ਉਹਨਾਂ ਦੇ ਮਰਨ ਪਿੱਛੋਂ ਵੀ ਪ੍ਰੇਰਿਤ ਹੁੰਦੇ ਰਹੇ। ਖਾਸ ਤੌਰ 'ਤੇ ਉਸਦੇ ਸਭ ਤੋਂ ਮਹੱਤਵਪੂਰਨ ਅਤੇ ਮਸ਼ਹੂਰ ਕੰਮ ਸਮਾਜ ਦੇ ਨਵੇਂ ਦ੍ਰਿਸ਼ਟੀਕੋਣ ਵਿੱਚ
ਲੇਖਾ ਦੁਆਰਾ ਪੇਸ਼ ਕੀਤੇ ਗਏ। ਜਿਹੜੇ ਉਹਨਾਂ ਦੇ ਨਵੇਂ ਕੰਮ ਸੀ, ਇੰਪੋਰਟੈਂਟ ਕੰਮ ਸੀਗੇ, ਠੀਕ ਹੈ, ਉਹ ਦ੍ਰਿਸ਼ਟੀਕੋਣ ਦੁਆਰਾ ਪੇਸ਼ ਕੀਤੇ ਗਏ ਸੀ, ਠੀਕ ਹੈ, ਐਸੇਜ਼ ਦੁਆਰਾ ਪੇਸ਼ ਕੀਤੇ ਗਏ ਸੀ। ਅ ਨਿਊ ਵਿਊ ਆਫ ਸੁਸਾਇਟੀ, ਉਹਨਾਂ ਦੇ ਐਸੇਜ਼ ਜੋ ਵੀ ਹੈ ਅ ਨਿਊ ਵਿਊ ਆਫ ਸੁਸਾਇਟੀ, ਉਹਨਾਂ ਦੁਆਰਾ ਉਹਨਾਂ ਦੇ ਕੰਮ ਜਿਹੜੇ ਕਿ ਨਵੇਂ ਕੰਮ ਸੀ ਉਹ ਪੇਸ਼ ਕੀਤੇ ਗਏ ਸੀ। ਠੀਕ ਹੈ ਸਟੂਡੈਂਟਸ, ਕਲੀਅਰ ਹੈ ਜੀ, ਸਮਝ ਆ ਰਿਹਾ ਸਾਰਿਆਂ ਨੂੰ। ਬਹੁਤ ਹੀ ਇੰਟਰਸਟਿੰਗ ਚੀਜ਼ਾਂ ਨੇ ਕਿ ਕਿਵੇਂ ਸਾਰਿਆਂ ਨੇ ਹੈਲਪ ਕੀਤੀ ਹੈ, ਲਗਾ ਲਓ, ਜਾਂ ਸੁਧਾਰ ਕੀਤਾ ਹੈ। ਠੀਕ ਹੈ, ਅੱਗੇ ਆਓ। ਰੋਬਰਟ ਓਵੇਨ ਇੱਕ ਮਾਨਵਤਾਵਾਦੀ ਅਤੇ ਸਮਾਜਿਕ ਕਲਪਨਾਕਾਰ ਨੇ ਸਮਾਜ ਦੇ ਇੱਕ ਯੂਟੋਪੀਅਨ ਮੋਡਲ ਨੂੰ ਸਿਧਾਂਤਿਕ ਰੂਪ ਦਿੱਤਾ। ਠੀਕ ਹੈ, ਯੂਟੋਪੀਅਨ ਮੋਡਲ ਦਾ ਮਤਲਬ ਕੀ ਹੁੰਦਾ ਹੈ? ਜਿਹਦੇ ਵਿੱਚ ਉਹ ਜਾਂ ਸ਼ਹਿਰ ਲਗਾ ਲਓ, ਸੁਸਾਇਟੀ ਲਾ ਲਓ, ਮਤਲਬ ਜਿਹਦੇ ਵਿੱਚ ਸਾਰਾ ਕੁਝ ਬਹੁਤ ਹੀ ਸਹੀ ਹੋਵੇ, ਉਸ ਨੂੰ ਸਿਧਾਂਤਿਕ ਤੌਰ 'ਤੇ ਉਹਨਾਂ ਨੇ ਰੂਪ ਦਿੱਤਾ। ਠੀਕ ਹੈ, ਇੱਕ ਯੂਟੋਪੀਅਨ ਮੋਡਲ ਨੂੰ ਸਿਧਾਂਤਿਕ ਰੂਪ ਦਿੱਤਾ, ਜਿਹਦੇ ਵਿੱਚ ਉਹ ਜੀ ਇੱਕ ਸਟੇਟ ਜਾਂ ਕੰਟਰੀ ਜਿਹਦੇ ਵਿੱਚ ਐਵਰੀਥਿੰਗ ਪਰਫੈਕਟ ਹੋਵੇ, ਸਾਰਾ ਕੁਝ ਪਰਫੈਕਟ ਹੋਵੇ, ਕੋਈ ਰੂਲ ਜੋ ਵੀ ਰੂਲਸ ਰੈਗੂਲੇਸ਼ਨ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਫੋਲੋ ਕੀਤਾ ਜਾ ਰਿਹਾ ਹੋਵੇ। ਠੀਕ ਹੈ, ਅਤੇ ਕਿਸੇ ਨਾਲ ਵੀ ਅਸਮਾਨਤਾ ਨਾ ਹੋਵੇ, ਸਾਰਾ ਕੁਝ ਮਤਲਬ ਸਾਰੇ ਸਮਾਨ ਹੋਣ। ਠੀਕ ਹੈ, ਉਹਨੂੰ ਕਿਹਾ ਜਾਂਦਾ ਯੂਟੋਪੀਅਨ ਮੋਡਲ। ਰੋਬਰਟ ਓਵੇਨ ਇੱਕ ਮਾਨਵਤਾਵਾਦੀ ਅਤੇ ਸਮਾਜਿਕ ਕਲਪਨਾਕਾਰ ਨੇ। ਠੀਕ ਹੈ, ਮਾਨਵਤਾਵਾਦੀ ਅਤੇ ਸਮਾਜਿਕ ਕਲਪਨਾਕਾਰ ਨੇ ਸਮਾਜ ਦੇ ਇੱਕ ਯੂਟੋਪੀਅਨ ਮੋਡਲ ਨੂੰ ਸਿਧਾਂਤਿਕ ਰੂਪ ਦਿੱਤਾ। ਠੀਕ ਹੈ, ਜਿਸ ਨੇ ਉਦਯੋਗਿਕ ਕ੍ਰਾਂਤੀ ਦੇ ਦੌਰਾਨ ਮਨੁੱਖੀ ਸ਼ੋਸ਼ਣ, ਪ੍ਰਗਤੀਸ਼ੀਲ ਸਿੱਖਿਆ ਅਤੇ ਸੱਚ ਦੀ ਇੱਕ ਵਿਵਾਦਪੂਰਨ ਖੋਜ ਨੂੰ ਪ੍ਰਗਟ ਕੀਤਾ। ਠੀਕ ਹੈ, ਸੱਚ ਦੀ ਇੱਕ ਵਿਵਾਦਪੂਰਨ ਖੋਜ ਨੂੰ ਪ੍ਰਗਟ ਕੀਤਾ। 19ਵੀਂ ਸਦੀ ਦੌਰਾਨ ਔਰਤਾਂ ਅਤੇ ਬੱਚਿਆਂ ਦੀਆਂ ਮਾੜੀਆਂ ਕੰਮਕਾਜੀ ਹਾਲਤਾਂ ਨੂੰ ਓਵੇਨ ਨੂੰ ਸਮਾਜਿਕ ਅਤੇ ਵਿਦਿਅਕ ਸੁਧਾਰਾਂ ਦੇ ਰਾਹ ਉੱਤੇ ਚੱਲਣ ਲਈ ਪ੍ਰੇਰਿਤ ਕੀਤਾ। ਕਲੀਅਰ ਹੈ ਜੀ, ਦੁਬਾਰਾ ਮੈਂ ਸਮਝਾਉਂਦੀ ਹਾਂ। ਰੋਬਰਟ ਓਵੇਨ ਇੱਕ ਮਾਨਵਤਾਵਾਦੀ ਅਤੇ ਸਮਾਜਿਕ ਕਲਪਨਾਕਾਰ ਨੇ। ਠੀਕ ਹੈ, ਸਮਾਜ ਦੇ ਇੱਕ ਯੂਟੋਪੀਅਨ ਮੋਡਲ ਨੂੰ ਸਿਧਾਂਤਿਕ ਰੂਪ ਦਿੱਤਾ। ਠੀਕ ਹੈ, ਉਹਨਾਂ ਨੇ ਇੱਕ ਯੂਟੋਪੀਅਨ ਮੋਡਲ ਨੂੰ ਸਿਧਾਂਤਿਕ ਕੀ ਕੀਤਾ ਜੀ? ਰੂਪ ਦਿੱਤਾ, ਜਿਸ ਨੇ ਉਦਯੋਗਿਕ ਕ੍ਰਾਂਤੀ ਦੇ ਦੌਰਾਨ, ਠੀਕ ਹੈ, ਮਤਲਬ ਤੁਸੀਂ ਲਾ ਲਓ ਇੰਡਸਟਰੀਜ਼ ਦੇ ਵਿੱਚ ਜੋ ਵੀ ਹੋ ਰਿਹਾ ਸੀ, ਉਹਦੀ ਕ੍ਰਾਂਤੀ ਦੇ ਦੌਰਾਨ ਮਨੁੱਖੀ ਸ਼ੋਸ਼ਣ, ਜੋ ਮਨੁੱਖਾਂ ਦਾ ਸ਼ੋਸ਼ਣ ਹੋ ਰਿਹਾ ਸੀ, ਉਸਦੇ ਖਿਲਾਫ ਆਵਾਜ਼ ਉਠਾਈ। ਪ੍ਰਗਤੀਸ਼ੀਲ ਸਿੱਖਿਆ, ਠੀਕ ਹੈ, ਕਿ ਵਧੀਆ ਸਿੱਖਿਆ ਮਿਲੇ ਅਤੇ ਸੱਚਾਈ ਦੀ ਇੱਕ ਵਿਵਾਦਪੂਰਨ ਖੋਜ ਨੂੰ ਪ੍ਰਗਟ ਕੀਤਾ। ਫਿਰ 19ਵੀਂ ਸਦੀ ਦੌਰਾਨ ਜੋ ਕਿ ਔਰਤਾਂ ਤੇ ਬੱਚਿਆਂ ਦੀਆਂ ਮਾੜੀਆਂ ਕੰਮਕਾਜੀ ਹਾਲਤਾਂ ਨੂੰ ਓਵੇਨ ਨੇ ਸਮਾਜਿਕ ਅਤੇ ਵਿਦਿਅਕ ਸੁਧਾਰਾਂ ਦੇ ਰਾਹ ਉੱਤੇ ਚੱਲਣ ਲਈ ਪ੍ਰੇਰਿਤ ਕੀਤਾ। ਸਮਝ ਆ ਗਿਆ ਸਟੂਡੈਂਟਸ? ਉਹਨਾਂ ਨੇ ਯੂਟੋਪੀਅਨ ਮੋਡਲ ਤੇ ਕੰਮ ਕੀਤਾ, ਸਿਧਾਂਤਿਕ ਰੂਪ ਦਿੱਤਾ ਉਸਨੂੰ। ਠੀਕ ਹੈ, ਸਮਝ ਆ ਗਿਆ? ਯੂਟੋਪੀਅਨ ਮੋਡਲ ਕਿਹੜਾ ਹੁੰਦਾ ਜੀ? ਜਿੱਥੇ ਕਿ ਹਰ ਚੀਜ਼ ਪਰਫੈਕਟ ਹੋਵੇ। ਠੀਕ ਹੈ, ਉਸ ਤੋਂ ਬਾਅਦ ਗੋਟੇਕ ਨੇ ਓਵੇਨ ਨੂੰ ਇੱਕ ਰਿਸਰਚਰ ਹੈ ਜੀ, ਉਸਨੇ ਓਵੇਨ ਨੂੰ ਇੱਕ ਸਫਲ, ਭਰੋਸੇਮੰਦ ਅਤੇ ਸਵੈ ਬਣਾਇਆ ਆਦਮੀ ਦੱਸਿਆ। ਮਤਲਬ ਜੋ ਕਿ ਸੈਲਫ ਇੰਡੀਪੈਂਡੈਂਟ ਹੁੰਦਾ ਹੈ, ਜਾਂ ਮਤਲਬ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਤਕੜੀ ਚੀਜ਼ ਹੁੰਦਾ ਹੈ, ਤੁਸੀਂ ਲਗਾ ਲਓ। ਠੀਕ ਹੈ, ਗੋਟੇਕ ਨੇ ਓਵੇਨ ਨੂੰ ਕੀ ਦੱਸਿਆ? ਇੱਕ ਸਫਲ, ਭਰੋਸੇਮੰਦ ਅਤੇ ਸਵੈ ਬਣਾਇਆ ਆਦਮੀ ਦੱਸਿਆ, ਜੋ ਵਿਸ਼ਵਾਸ ਕਰਦਾ ਹੈ ਕਿ ਮਨੁੱਖੀ ਵਿਵਹਾਰ ਕਿਸੇ ਦੇ ਵਾਤਾਵਰਣ ਦਾ ਨਤੀਜਾ ਹੈ, ਨਾ ਕਿ ਚਰਿੱਤਰ ਦਾ। ਠੀਕ ਹੈ, ਜਿਹੜਾ ਕਿ ਇਹਨਾਂ ਨੇ ਗੋਟੇਕ ਨੇ ਕੀ ਕਿਹਾ ਓਵੇਨ ਬਾਰੇ? ਕਿ ਉਹ ਇੱਕ ਸਫਲ ਬੰਦਾ ਸੀ, ਭਰੋਸੇਮੰਦ ਬੰਦਾ ਸੀ ਤੇ ਸੈਲਫ ਸਫੀਸ਼ੀਐਂਟ, ਸਵੈ ਬਣਿਆ ਆਦਮੀ ਦੱਸਿਆ, ਜੋ ਕੀ ਵਿਸ਼ਵਾਸ ਕਰਦਾ ਸੀ ਕਿ ਜਿਹੜਾ ਮਨੁੱਖੀ ਵਿਵਹਾਰ ਹੈ ਉਹ ਕਿਸੇ ਦੇ ਵਾਤਾਵਰਣ ਦਾ ਨਤੀਜਾ ਹੈ। ਠੀਕ ਹੈ, ਉਹਨੂੰ ਕਿਸ ਤਰੀਕੇ ਦਾ ਵਾਤਾਵਰਣ ਮਿਲ ਰਿਹਾ ਹੈ, ਜਿਵੇਂ ਕਿ ਆਪਾਂ ਨੇ ਬਹੁਤ ਹੀ ਪਹਿਲਾਂ ਇਸ ਫਸਟ ਸਲਾਈਡ ਦੇ ਵਿੱਚ ਗੱਲ ਕੀਤੀ ਸੀ, ਉਸਨੂੰ ਕਿਹੋ ਜਿਹਾ ਵਾਤਾਵਰਣ ਮਿਲ ਰਿਹਾ ਹੈ, ਉਸ ਦਾ ਨਤੀਜਾ ਹੈ, ਨਾ ਕਿ ਚਰਿੱਤਰ ਦਾ। ਹੁਣ ਦੇਖੋ ਜੀ, ਅਗਰ ਮੈਨੂੰ ਅੱਛਾ ਵਾਤਾਵਰਣ ਮਿਲੂਗਾ, ਅੱਛਾ ਇਨਵਾਇਰਮੈਂਟ ਮਿਲੂਗਾ, ਮੇਰਾ ਜਿਹੜਾ ਸੁਭਾਅ ਹੈ ਉਹ ਆਟੋਮੈਟਿਕਲੀ ਬਹੁਤ ਵਧੀਆ ਹੋਊਗਾ। ਅਗਰ ਮੈਨੂੰ ਲੜਾਈ ਝਗੜਾ ਮਿਲੂਗਾ ਤਾਂ ਜਿਹੜਾ ਮੇਰਾ ਸੁਭਾਅ ਹੈ ਆਟੋਮੈਟਿਕਲੀ ਖਰਾਬ ਹੋਊਗਾ।
ठीक है। तो ये भी क्वेश्चन पूछ सकते हैं कि किस समाजवादी ने मनुखी व्यवहार वातावरण का नतीजा दस्या है। ठीक है, किने दस्या है जी? रॉबर्ट ओवेन ने। समझ आया? ठीक है स्टूडेंट्स, क्लीयर हो रहे हैं ना राजे सारिਆਂ ਨੂੰ? नैक्सट देखो, हुण थोड़ा जिहा इन्हां बारे दस्सिया गया कि इन्हां ने की कीता। एक ड्रापर एप्रेटेंस अते मिल मालक के रूप विच ओवेन ने मजदूर वर्ग की असमानता के संपर्क ने उसके विश्वासां नूं जायज़ ठहराया। उद्योगिक क्रांति के दौरान जीवन अते सिक्ख्या की गुणवत्ता विच सुधार करन दे टीचे दे नाल ओवेन ने संपत्ति अते स्कूलों की जनतक मालकी के दुआले केंद्रित आदर्श भाईचारिਆਂ की योजना बनाई जो स्वै पूर्ति की सिक्ख्या की कदर करते हैं। उसके विचार उस समय लिए कट्टरपंथी सन अते शायद उसकी समाजिक कल्पना के फिरकूवाद के आदर्श भविख नाल अश्लीयत नूं धुंधला कर दिता सी। देखो बच्चे, अगर तुसी कहो कि ये कोई क्वेश्चन आएगा, क्वेश्चन तो नहीं आएगा इस पैरे दे विचों। ठीक है, ये एक इनफॉर्मेशन लई या थोड़ी नॉलेज वधाउण लई मैं लेके आई हाँ। इसनूं अच्छी तरह रीड कर लियो। ठीक है, इस दे विचों ऐसे क्वेश्चन कोई नहीं बनता, लेकिन फिर भी मैं तुहानूं दस दिंदी हां कि वह एक एप्रीटेंस ते मिल मालक के रूप विच ओवेन ने की कीता, मजदूर वर्ग की जिहड़ी असमानता सी, ठीक है, उन्हां लई काम कीता। उद्योगिक क्रांति के दौरान जीवन अते सिक्ख्या, जीवन मतलब अपनी जो लाइफ है अते पढ़ाई है उहदी गुणवत्ता विच सुधार करन दे टीचे दे नाल ओवेन ने संपत्ति अते स्कूलों की जनतक मालकी के दुआले केंद्रित आदर्श भाईचारिਆਂ की योजना बनाई। ठीक है, स्कूलों की मतलब जो भी अपनी हैगी है स्कूलों की जनतक मालकी कि किनू मिले संपत्ति, ठीक है, दे दुआले केंद्रित आदर्श भाईचारा बनाया, ਉਹਦੀ योजना बनाई। ठीक है, जो स्वै पूर्ति की सिक्ख्या की कदर करते हैं, ਜਿਹੜੀ कि स्वै पूर्ति सिक्ख्या मतलब पूरी सिक्ख्या की कदर करते हैं। उसके विचार उस समय लिए कट्टरपंथी सन। ठीक है, अते शायद उसकी समाजिक कल्पना ने फिरकूवाद के आदर्श भविख नाल अश्लीयत नूं धुंधला कर दिता सी। समझ आ गया जी? क्लीयर है? चलिए आप अगे नैक्सट आओ। ओवेन ने समकाली सिक्ख्या विच पाए जांदे नियंत्रित समाजिक वातावरण दे नाल प्रयोग करके समाजिक अते विद्यक तब्दीली की काशत की। ठीक है, ओवेन ने की कीता जी? समकाली सिक्ख्या विच पाए जांदे नियंत्रित समाजिक वातावरण दे नाल प्रयोग करके समाजिक अते विद्यक तब्दीली की काशत की। मतलब जो कि एक समकाली सिक्ख्या विच रुकाव आया होया सी, नियंत्रित पाए जा रहे सी, उन्हें समाजिक वातावरण दे नाल उन्हां नूं प्रयोग करके फिर समाजिक ते विद्यक तब्दीली की कीती? काशत की। फिर गोटेक ने की कहा, मतलब उन्होंने की ओह कीता? विजुअल उत्तेजना की वरतों। ठीक है, देखा दिखाई देख के उसकी उत्तेजना की वरतों की। विद्यार्थियों के हितों ते केंद्रित हदायत, जो विद्यार्थियों के हितों की गल है उसकी विद्यार्थियों ते जो केंद्रित हिदायत, ठीक है, मतलब विद्यार्थियों के हितों की गल की, उन्हां ते केंद्रित होके चीज़ों नूं बनाया। सिक्ख्या विच पहला नहीं देखे गए शुरुआती सिक्ख्या प्रोग्रामां का कारण ओवेन की समाजिक कल्पना नूं मन्निया जा सकता है। ठीक है जी, सिक्ख्या विच पहला नहीं देखे गए शुरुआती सिक्ख्या प्रोग्रामां का कारण ओवेन की समाजिक कल्पना नूं मन्निया जा सकता है। क्लीयर है स्टूडेंट्स? किसी को कोई डाउट होवे तो तुसी बच्चे कमेंट करके दस सकते हो या पूछ सकते हो। उस तो बाद उन्होंने की किया? किरत संचालित समाज विच, जो कि काम करके खाण वाला समाज विच विद्यक लैंडस्केप नूं बेहतर बनाउण दी उसकी इच्छा ने व्यापक शुरुआती विद्यक प्रोग्रामां अते विद्यार्थी केंद्रित क्लासरूम समकाली स्कूलों विच बनाई। उन्होंने फिर की किया? जिहड़ा समाज जिमें कि फैक्ट्री वर्कर्स हो गए, ठीक है, किरत संचालित समाज विच उन्होंने की किया? विद्यक लैंडस्केप नूं बेहतर बनाउण दी, ठीक है, मतलब विद्या जिहड़ी विद्या सी उहदे लैंडस्केप नूं बेहतर बनाउण दी उन्हां दी इच्छा सी। ठीक है, उन्होंने व्यापक होके शुरुआती विद्यक प्रोग्रामां नूं अते विद्यार्थी केंद्रित क्लासरूम समकाली स्कूलों विच बनाए।
ठीक है। कंटैंपरेरी स्कूल्स दे विच ओह फिर बनाए गए। ओवेन ने समाजिक इंजीनियर ਸਕੂਲ ਉਸਦੇ ਵਿਦਿਅਕ ਅਤੇ ਸਮਾਜਿਕ ਸਿਧਾਂਤਾਂ ਨੂੰ ਦਰਸਾਉਂਦੇ ਹਨ। ਓਵੇਨ ਦੇ ਸਮਾਜਿਕ ਇੰਜੀਨੀਅਰ ਸਕੂਲ, ਠੀਕ ਹੈ, ਜਿਹੜੇ ਕਿ ਉਹਨਾਂ ਦੇ ਇੰਜੀਨੀਅਰ ਸਕੂਲ ਹੈ ਸਮਾਜਿਕ, ਉਸਦੇ ਵਿਦਿਅਕ ਅਤੇ ਸਮਾਜਿਕ ਸਿਧਾਂਤਾਂ ਨੂੰ ਦਰਸਾਉਂਦੇ ਹਨ, ਠੀਕ ਹੈ। ਜਦੋਂ ਕਿ ਉਸਦੀ ਯੂਟੋਪੀਅਨ ਸੋਚ ਨੇ ਸਮਾਜਿਕ ਅਤੇ ਵਿਦਿਅਕ ਤਬਦੀਲੀ ਦੀ ਅਗਵਾਈ ਕੀਤੀ, ਇਸ ਨੇ ਵਿਅਕਤੀਗਤ ਖੁਦ ਮੁਖਤਿਆਰੀ ਉੱਤੇ ਵੀ ਹਮਲਾ ਕੀਤਾ, ठीक है। ਜਦੋਂ ਉਹਨਾਂ ਨੇ ਯੂਟੋਪੀਅਨ ਸੋਚ ਮਤਲਬ ਉਹਨਾਂ ਨੂੰ ਆਪਣੀ ਸਟੇਟ ਦੇ ਵਿੱਚ ਸਾਰਾ ਕੁਝ ਪਰਫੈਕਟ ਚਾਹੀਦਾ ਸੀ, ਸਮਾਜਿਕ ਤੇ ਵਿਦਿਅਕ ਤਬਦੀਲੀ ਦੀ ਅਗਵਾਈ ਕੀਤੀ, ਮਤਲਬ ਉਹਨਾਂ ਨੇ ਸਮਾਜ ਤੇ ਵਿਦਿਆ ਦੇ ਵਿੱਚ ਤਬਦੀਲ ਲਿਆਉਣ ਦੀ ਅਗਵਾਈ ਕੀਤੀ, ਤਾਂ ਉਸਨੇ ਵਿਅਕਤੀਗਤ ਖੁਦ ਮੁਖਤਿਆਰੀ ਉੱਤੇ ਵੀ ਹਮਲਾ ਕੀਤਾ। ਬ੍ਰਿਟੇਨ ਅਤੇ ਇੰਡੀਆਨਾ ਵਿੱਚ ਓਵੇਨ ਦੇ ਯੂਟੋਪੀਅਨ ਭਾਈਚਾਰੇ ਇਸ ਮਾਰਗਦਰਸ਼ਨ ਸਿਧਾਂਤ ਉੱਤੇ ਬਣਾਏ ਗਏ ਸਨ ਕਿ ਮਨੁੱਖ ਦਾ ਚਰਿੱਤਰ ਉਸ ਦੇ ਲਈ ਬਣਾਇਆ ਗਿਆ ਹੈ ਅਤੇ ਉਸ ਦੇ ਦੁਆਰਾ ਨਹੀਂ, ਠੀਕ ਹੈ। ਇਹਨਾਂ ਨੇ ਹੁਣ ਕੀ ਕਿਹਾ ਕਿ ਜਿਹੜਾ ਬ੍ਰਿਟੇਨ ਤੇ ਇੰਡੀਆ ਦੇ ਵਿੱਚ ਓਵੇਨ ਦੇ ਯੂਟੋਪੀਅਨ ਭਾਈਚਾਰੇ ਦੇ ਕਿਸ ਮਾਰਗਦਰਸ਼ਨ ਦੇ ਸਿਧਾਂਤ ਤੇ ਬਣਾਏ ਗਏ ਸੀ ਕਿ ਜਿਹੜਾ ਮਨੁੱਖ ਦਾ ਚਰਿੱਤਰ ਹੈ ਉਸ ਦੇ ਲਈ ਬਣਾਇਆ ਗਿਆ ਹੈ, ਉਸ ਦੇ ਦੁਆਰਾ ਨਹੀਂ, ਠੀਕ ਹੈ। ਮਨੁੱਖ ਆਪਣਾ ਜਿਹੜਾ ਚਰਿੱਤਰ ਹੈ ਉਹ ਆਪਣੇ ਆਪ ਨਹੀਂ ਬਣਾਉਂਦਾ, ਉਹ ਸੁਸਾਇਟੀ ਬਣਾ ਦਿੰਦੀ ਹੈ ਜਾਂ ਇਨਵਾਇਰਮੈਂਟ ਬਣਾ ਦਿੰਦਾ ਹੈ, ਠੀਕ ਹੈ ਜੀ। ਸਮਝ ਆ ਗਈ? ਅੱਗੇ ਆਓ ਜੀ, ਕੁਝ ਕੁਐਸਚਨਸ ਲੈ ਕੇ ਆਈਆਂ। ਕੀ ਕਿਹਾ ਇਹਨਾਂ ਨੇ? ਮਸ਼ਹੂਰ ਯੂਟੋਪੀਅਨ ਸਮਾਜਵਾਦੀ ਕੌਣ ਸੀ ਜੀ? ਚਾਰਲ ਫੋਰੀਅਰ, ਰੋਬਰਟ ਓਵੇਨ, ਹੈਨਰੀ ਡੀ ਸੈਟ ਸਾਈਮਨ। ਰੋਬਰਟ ਓਵੇਨ, ਠੀਕ ਹੈ, ਜਿਨ੍ਹਾਂ ਨੇ ਯੂਟੋਪੀਅਨ ਸਿਧਾਂਤ ਤੇ ਗੱਲ ਕੀਤੀ ਸੀ, ਯੂਟੋਪੀਅਨ ਮਾਡਲ ਦੀ ਗੱਲ ਕੀਤੀ ਸੀਗੀ। ਉਸ ਤੋਂ ਬਾਅਦ ਸੰਪੂਰਨ ਸਮਾਜ, ਸਮਾਜਵਾਦੀ, ਯੂਟੋਪੀਆ, ਪੂੰਜੀਵਾਦ ਜਾਂ ਸਮਾਜਵਾਦ। ਯੂਟੋਪੀਆ, ਸੰਪੂਰਨ ਸਮਾਜ ਉਹੀ ਹੋਊਗਾ ਨਾ ਜਿੱਥੇ ਹਰ ਬੰਦੇ ਨੂੰ ਇਕੁਅਲ ਰਾਈਟਸ ਹੋਣਗੀਆਂ, ਹਰ ਬੰਦਾ ਆਪਣੀ ਗੱਲ ਕਰ ਸਕੂਗਾ, ਕੋਈ ਅਮੀਰੀ ਗਰੀਬੀ ਨਹੀਂ ਹੋਏਗੀ, ਠੀਕ ਹੈ, ਉਹੀ ਹੋਏਗਾ ਨਾ ਸੰਪੂਰਨ ਸਮਾਜ। ਉਸ ਤੋਂ ਬਾਅਦ ਯੂਟੋਪੀਅਨ ਸਮਾਜ ਵਿੱਚ ਸਰਕਾਰ ਦਾ ਸਮਾਜ ਵਿੱਚ ਪੂਰਾ ਕੰਟਰੋਲ ਹੁੰਦਾ ਹੈ। ਇਹਨਾਂ ਨੇ ਕੀ ਕਿਹਾ ਕਿ ਯੂਟੋਪੀਅਨ ਸਮਾਜਵਾਦ ਵਿੱਚ, ਯੂਟੋਪੀਅਨ ਸੁਸਾਇਟੀ ਦੇ ਵਿੱਚ ਜਿਹੜੀ ਗਵਰਨਮੈਂਟ ਹੁੰਦੀ ਹੈ ਉਹਦਾ ਪੂਰਾ ਕੰਟਰੋਲ ਹੁੰਦਾ ਹੈ। ਕੀ ਗੱਲ ਇਹ ਸਹੀ ਹੈ ਕਿ ਗਲਤ ਹੈ? ਇਹ ਗੱਲ ਗਲਤ ਹੈ। ਯੂਟੋਪੀਅਨ ਦੇ ਵਿੱਚ ਤਾਂ ਹਰ ਬੰਦੇ ਕੋਲ ਆਪਣੀਆਂ ਰਾਈਟਸ ਹੁੰਦੀਆਂ ਨੇ, ਉਹ ਆਪਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਸਕਦਾ ਹੈ। ਉਸੀ 'ਤੇ ਤਾਂ ਰੋਬਰਟ ਓਵੇਨ ਨੇ ਕੰਮ ਕੀਤਾ ਹੈ ਜੀ, ਠੀਕ ਹੈ, ਕਲੀਅਰ ਹੈ। ਅੱਗੇ ਦੇਖੋ, ਯੂਟੋਪੀਅਨ ਸਮਾਜਵਾਦ ਵਿੱਚ ਇਹ ਲੋਕਾਂ ਨਾਲ ਬਰਾਬਰ ਦਾ ਸਲੂਕ ਕਰਦਾ ਹੈ ਅਤੇ ਹਰ ਕਿਸੇ ਨੂੰ ਬਰਾਬਰ ਦਾ ਭੁਗਤਾਨ ਕੀਤਾ ਜਾਂਦਾ ਹੈ। ਮਤਲਬ ਜਿਹੜਾ ਯੂਟੋਪੀਅਨ ਸੁਸਾਇਟੀ ਹੈ, ਇਹ ਇੱਕ ਸਮਾਜ ਹੈ, ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ਲੋਕ ਹੈ ਉਹਨਾਂ ਨਾਲ ਬਰਾਬਰ ਦਾ ਸਲੂਕ ਹੁੰਦਾ ਹੈ, ਠੀਕ ਹੈ, ਇਕੁਅਲ ਸਲੂਕ ਹੁੰਦਾ ਹੈ ਤੇ ਉਹਨਾਂ ਨੂੰ ਜੋ ਕੰਮ ਕਰਦੇ ਹੈ ਇਕੁਅਲ ਹੀ ਸੈਲਰੀਜ਼ ਦਿੱਤੀਆਂ ਜਾਂਦੀਆਂ ਹੈ। ਸਹੀ ਹੈ ਕਿ ਗਲਤ ਹੈ ਜੀ? ਸਹੀ ਹੈ, ਠੀਕ ਹੈ। ਉਸ ਤੋਂ ਬਾਅਦ ਯੂਟੋਪੀਅਨ ਸਮਾਜਵਾਦੀ ਵਿਸ਼ਵਾਸ ਕਰਦੇ ਹਨ, ਜਿਹੜੇ ਕਿ ਯੂਟੋਪੀਅਨ ਸਮਾਜਵਾਦੀ ਉਹ ਕੀ ਵਿਸ਼ਵਾਸ ਕਰਦੇ ਹਨ ਕਿ ਹਿੰਸਾ ਦੀ ਵਰਤੋਂ ਕੀਤੇ ਬਿਨਾਂ ਤਬਦੀਲੀ ਲਿਆਂਦੀ ਜਾ ਸਕਦੀ ਹੈ। ਮਤਲਬ ਬਿਨਾਂ ਲੜਾਈ ਝਗੜੇ ਤੋਂ ਵੀ ਸਮਾਜ ਨੂੰ ਜਾਂ ਕੋਈ ਤਬਦੀਲੀ ਹੋਰ ਲੈ ਕੇ ਆਉਣੀ ਹੈ ਉਹ ਲਿਆਤੀ ਜਾ ਸਕਦੀ ਹੈ। ਇਹ ਸਹੀ ਹੈ ਜਾਂ ਗਲਤ ਹੈ? ਇਹ ਵੀ ਬਿਲਕੁਲ ਸਹੀ ਹੈ ਜੀ, ਕਲੀਅਰ ਹੈ ਜੀ। ਦੇਖੋ ਆਪਾਂ ਨੇ ਕੋਮਨੀਅਸ ਤੇ ਓਵੇਨ ਆਪਾਂ ਕਰ ਚੁੱਕੇ ਹਾਂ ਜੀ। ਕੱਲ੍ਹ ਆਪਾਂ ਕਰਾਂਗੇ ਫਰੋਵਿਲ, ਠੀਕ ਹੈ। ਉਹ ਤੋਂ ਬਾਅਦ ਜੋ ਵੀ ਤੁਹਾਡਾ ਚੱਲੇਗਾ ਅੱਗੇ ਮੌਂਟੈਸਟਰੀ ਸਕੂਲਸ ਕਿਵੇਂ ਆਏ ਉਹ ਸਾਰਾ ਤੁਹਾਨੂੰ ਕਰਵਾਇਆ ਜਾਏਗਾ, ਠੀਕ ਹੈ। ਐਨਟੀਟੀ ਦੀ ਪ੍ਰੋਪਰ ਤਿਆਰੀ ਜੀ ਸੁਖੇਜਾ ਟਿਊਸ਼ਨਸ 'ਤੇ ਕਰਵਾਈ ਜਾਏਗੀ, ਨਾਲ ਤੁਹਾਨੂੰ ਟੈਸਟ ਸੀਰੀਜ਼ ਵੀ ਦਿੱਤੀਆਂ ਜਾਣਗੀਆਂ, ਠੀਕ ਹੈ। ਇੱਕ ਵਾਰ ਆਪਣੀ ਰਿਕਰੂਟਮੈਂਟ ਆਊਟ ਹੋ ਜੇ, ਹੋਰ ਕੁਐਸਚਨਸ ਦੀ ਵੀ ਅਲੱਗ ਕਲਾਸ ਬਣਾ ਕੇ ਤੁਹਾਨੂੰ ਦਿੱਤੀ ਜਾਇਆ ਕਰੇਗੀ। ਮਤਲਬ ਬਹੁਤ ਹੀ ਅੱਛੇ ਤਰੀਕੇ ਨਾਲ ਤੁਹਾਨੂੰ ਤਿਆਰੀ ਕਰਵਾਈ ਜਾਏਗੀ, ਠੀਕ ਹੈ। ਤੁਸੀਂ ਕੀ ਕਰਨਾ ਹੈ, ਤੁਸੀਂ ਬਹੁਤ ਵਧੀਆ ਢੰਗ ਨਾਲ ਸਾਰੇ ਲੈਕਚਰਸ ਨੂੰ ਅਟੈਂਡ ਕਰਨਾ ਹੈ। ਜੋ ਤੁਹਾਨੂੰ ਅੱਛਾ ਲੱਗੇ, ਇੰਪੋਰਟੈਂਟ ਲੱਗੇ, ਆਪਣੇ ਨੋਟਸ ਨਾਲ ਬਣਾਉਂਦੇ ਰਹਿਣਾ, ਠੀਕ ਹੈ ਜੀ। ਕੱਲ੍ਹ ਨੂੰ ਆਪਾਂ ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਵਿੱਚ। ਫਰੋਵਿਲ ਆਪਾਂ ਕਰਾਂਗੇ ਜੀ। ਅਗਰ ਤੁਸੀਂ ਮਤਲਬ ਥੋੜ੍ਹਾ ਬਹੁਤ ਪੜ੍ਹਨਾ ਉਹਨਾਂ ਬਾਰੇ ਪੜ੍ਹ ਸਕਿਓ ਤਾਂ ਕਿ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਹੋਰ ਸਮਝ ਆ ਜਾਵੇ, ਠੀਕ ਹੈ ਸਟੂਡੈਂਟਸ। ਮਿਲਦੇ ਹਾਂ ਆਪਾਂ ਕੱਲ੍ਹ। ਓਕੇ ਸਟੂਡੈਂਟਸ।